हेलो स्टूडेंट्स, आज ਅਸੀਂ ਨੈਕਸਟ ਟੌਪਿਕ ਸ਼ੁਰੂ ਕਰੀਏ that is uniformly accelerated motion कि uniformly accelerated motion ਕੀ ਹੈ। Now this is our second chapter, uniformly accelerated motion. What is it? एक्सलरेट करना मतलब रेस देना। तुसी साइकिल चलाओ, ज़्यादा तेज़ी ना पैडल मारोगे तो ज़्यादा तेज़ी नाल ਚੱਲੇਗਾ। सो तुसी साइकिल ਨੂੰ अगर ज़्यादा तेज़ी ਦੇ ਨਾਲ ਉਹਦੀ ਪੈਡਲਿੰਗ ਕਰ ਰਹੇ ਹੋ, ਉਹਨੂੰ ਜ਼ਿਆਦਾ ਫਾਸਟ ਪੈਡਲਿੰਗ ਕਰ ਰਹੇ ਹੋ, ਓਨੀ ਉਸ ਸਾਈਕਲ ਦੀ ਸਪੀਡ ਵਧੇਗੀ ਤੇ ਉਹਨਾਂ ਉਹ ਸਾਈਕਲ ਅੱਗੇ ਨੂੰ ਵਧੇਗਾ। ਸੋ ਵਾਟ ਆਰ ਯੂ ਡੂਇੰਗ ਵੈਨ ਯੂ ਆਰ ਪੈਡਲਿੰਗ ਦ ਸਾਈਕਲ? ਜਦੋਂ ਤੁਸੀਂ ਸਾਈਕਲ ਨੂੰ ਪੈਡਲਿੰਗ ਕਰ ਰਹੇ ਹੋ, ਇਟ ਮੀਨਸ ਯੂ ਆਰ ਇਨਕਰੀਜ਼ਿੰਗ ਦ ਵੈਲੋਸਿਟੀ। ਤੁਸੀਂ ਵੈਲੋਸਿਟੀ ਨੂੰ ਇਨਕਰੀਜ਼ ਕਰ ਰਹੇ ਹੋ, ਉਹਦੀ ਸਪੀਡ ਨੂੰ ਵਧਾ ਰਹੇ ਹੋ। ਦਿਸ ਇਨਕਰੀਜ਼ ਆਫ velocity with the time or decrease of velocity with the time ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਐਕਸਲਰੇਸ਼ਨ ਕਰਨਾ। ਉਹਨੂੰ ਐਕਸਲਰੇਟ ਕਰਨਾ, ਉਹਦੀ ਵੈਲੋਸਿਟੀ ਨੂੰ ਵਧਾਉਣਾ। ਤੇ ਜਦੋਂ ਅਸੀਂ ਉਹਦੀ ਵੈਲੋਸਿਟੀ ਨੂੰ ਘਟਾਉਂਦੇ ਆ ਟਾਈਮ ਨਾਲ, ਬ੍ਰੇਕ ਲਗਾ ਦਈਏ ਤੇ ਵੈਲੋਸਿਟੀ ਘਟਦੀ ਹੈ ਐਂਡ ਦੈਟ ਇਜ਼ ਨੋਨ ਐਜ਼ ਦ ਰਿਟਾਰਡੇਸ਼ਨ। ਉਹਨੂੰ ਕੀ ਕਹਿੰਦੇ ਆ? ਰਿਟਾਰਡੇਸ਼ਨ। ਨਾਓ ਵੀ ਫਸਟ ਵੀ ਵਿਲ ਡੂ what is acceleration. So acceleration ਕੀ ਹੋਇਆ? ਵਾਹੀਕਲ ਸੀ ਜਿਹੜੇ ਪੈਟਰੋਲ ਇੰਜਨ ਜਾਂ ਡੀਜ਼ਲ ਇੰਜਨ ਦੇ ਜਿਹੜੇ ਵਾਹੀਕਲਸ ਚੱਲਦੇ ਆ, ਅਸੀਂ ਅਗਰ ਉਹਨਾਂ ਦੀ ਰੇਸ ਦਈਏ ਜਾਂ ਅਸੀਂ ਕਹਿ ਦਈਏ ਕਿ ਉਹਨੂੰ ਕਲਚ ਦੇ ਵਿੱਚ ਪਾ ਦਈਏ ਜਾਂ ਐਕਸਲਰੇਟ ਕਰੀਏ ਜਾਂ ਉਹਦੀ ਪਿੱਛੋਂ ਪੈਡਲ ਦੇ ਨਾਲ ਐਕਸਲਰੇਟ ਕਰੀਏ ਕਾਰ ਨੂੰ, ਜਾਂ ਉਹਨੂੰ ਕੀ ਕਹਿੰਦੇ ਉਹਦੀ ਸਪੀਡ ਵਧਾਈਏ, ਉਹਦੀ ਵੈਲੋਸਿਟੀ ਵਧਾਈਏ, ਸੋ ਵੀ ਆਰ ਐਕਸਲਰੇਟਿੰਗ ਆਵਰ ਵਾਹੀਕਲ। ਤੇ ਵਾਹੀਕਲ ਨੂੰ ਅਸੀਂ ਕੀ ਕਰ ਰਹੇ ਹਾਂ? ਉਹਦੀ ਵੈਲੋਸਿਟੀ ਵਧਾ ਰਹੇ, ਮਤਲਬ ਉਹਨੂੰ ਐਕਸਲਰੇਟ ਕਰ ਰਹੇ ਆ ਤਾਂ ਕਿ ਉਹ ਜ਼ਿਆਦਾ ਵੈਲੋਸਿਟੀ ਨਾਲ ਮੂਵ करे। So the rate of change of velocity that is known as acceleration. So ਉਹਨੂੰ ਅਸੀਂ ਕੀ ਕਹਿੰਦੇ ਆ? acceleration. So acceleration ਕਿਹਦੇ ਬਰਾਬਰ ਆ ਗਿਆ? change in the velocity with the time. ਟਾਈਮ ਦੇ ਨਾਲ ਜਿਹੜੀ ਵੈਲੋਸਿਟੀ ਵੱਧਦੀ ਜਾਂ ਘਟਦੀ ਹੈ, ਇਨਕਰੀਜ਼ ਜਾਂ ਡਿਕਰੀਜ਼ ਕਰਦੀ ਹੈ, that is known as the acceleration. So ਇਹਦੇ ਯੂਨਿਟਸ ਕੀ ਆ ਗਏ? ਮੀਟਰ ਪਰ ਸੈਕਿੰਡ ਸਕੁਅਰ, ਕਿਉਂਕਿ ਵੈਲੋਸਿਟੀ ਦੇ ਯੂਨਿਟਸ ਹੁੰਦੇ ਨੇ ਮੀਟਰ ਪਰ ਸੈਕਿੰਡ ਤੇ ਟਾਈਮ ਦੇ ਯੂਨਿਟ ਆ ਗਏ ਫਿਰ ਸੈਕਿੰਡ ਤੇ ਓਵਰਆਲ ਇਹਦੇ ਯੂਨਿਟ ਬਣ ਗਏ ਮੀਟਰ ਪਰ ਸੈਕਿੰਡ ਸਕੁਅਰ। ਨਾਓ ਐਕਸਲਰੇਸ਼ਨ ਇਜ਼ ਆਫ 3 ਟਾਈਪ ਜਾਂ ਮੋਸਟਲੀ 4 ਟਾਈਪਸ ਹੁੰਦੀਆਂ, ਅਸੀਂ ਮੇਨ 3 ਟਾਈਪ ਕਰਾਂਗੇ। यूनिफॉर्म वेलोसिटी, अगर वेलोसिटी जिहड़ी है कंटिन्यूअसली इको ही पेस दे विच वधदी जाए, मतलब अगर असी वो A टू B मूव कर रहे ना ते A B नूं असी छोटे छोटे इंटरवल्स दे विच वंड रहे, हर इंटरवल 1 मिनट दा। सो इस 1 मिनट दे विच वेलोसिटी सी 1 मीटर पर सेकंड, दूसरे विच वेलोसिटी होगी 2 मीटर पर सेकंड, तीसरे विच वेलोसिटी होगी 3 मीटर पर सेकंड, चौथे विच वेलोसिटी होगी 4 मीटर पर सेकंड। कि हर इंटरवल दे विच जिहड़ी वेलोसिटी है वो एक यूनिट वधदी पई है। 1 मिनट च 1 यूनिट वेलोसिटी वधी, दूसरे यूनिट फिर 1 यूनिट वेलोसिटी वधी, तीसरे यूनिट फिर 1 यूनिट वेलोसिटी वधी, चौथे मिनट फिर 1 यूनिट वेलोसिटी वधी। सो कंटिन्यूअसली इको ही पेस दे विच वेलोसिटी इंक्रीज कर रही है, देयर इज अ चेंज इन द वेलोसिटी, सो दैट इज नोन एज द यूनिफॉर्म एक्सलरेशन। यूनिफॉर्म है, यूनिफॉर्मली उसी हौली हौली वधा रही है, दैट इज द यूनिफॉर्मली एक्सलरेटेड मोशन। वेरिएबल वेलोसिटी मतलब असी A टू B मूव कर रहे हैं, ਉਹਨੂੰ ਅਸੀਂ 1 ਮਿनट ਦੇ ਇੰਟਰਵਲ ਦੇ ਵਿੱਚ ਵੰਡ ਲਿਆ। ਇੱਥੋਂ ਦੀ ਇੱਥੋਂ ਤੱਕ ਗਏ, ਵੈਲੋਸਿਟੀ ਸੀ 1 मीटर पर सेकंड, ਇੱਥੋਂ ਦੀ ਇੱਥੇ ਗਏ, ਵੈਲੋਸਿਟੀ ਵੱਧ ਗਈ 4 मीटर पर सेकंड, 4 यूनिट ਵੱਧ ਗਈ। ਇੱਥੋਂ ਦੀ ਇੱਥੇ ਗਏ, ਵੈਲੋਸਿਟੀ ਘਟ ਗਈ 3 ਆ ਗਈ, 1 यूनिट ਘਟ ਗਈ। ਫਿਰ ਇੱਥੋਂ ਦੀ ਇੱਥੇ ਗਏ, ਵੈਲੋਸਿਟੀ ਫਿਰ 6 मीटर पर सेकंड, ਇੱਥੋਂ ਦੀ ਇੱਥੇ ਗਏ, ਵੈਲੋਸਿਟੀ 8, मतलब एक ਕੰਟੀਨਿਊਸ ਇਨਕਰੀਜ਼ ਨਹੀਂ ਹੈ, ਕਦੀ ਵੱਧਦੀ ਪਈ ਹੈ, ਕਦੀ ਘਟਦੀ ਪਈ ਹੈ, ਕਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਕਦੀ ਬਹੁਤ ਜ਼ਿਆਦਾ ਘਟ ਰਹੀ ਹੈ। ਸੋ ਇਸ ਤਰੀਕੇ ਨਾਲ ਅਗਰ ਵੈਲੋਸਿਟੀ ਵਧੇ ਜਾਂ ਘਟੇ, ਦੈਟ ਇਜ਼ ਨੋਨ ਐਜ਼ ਦ ਵੇਰੀਏਬਲ ਐਕਸਲਰੇਸ਼ਨ। ਇਹਨੂੰ ਕੀ ਕਿਹਾ ਜਾਂਦਾ ਹੈ? ਵੇਰੀਏਬਲ ਐਕਸਲਰੇਸ਼ਨ। ਤੇ ਨੈਕਸਟ ਆ ਗਿਆ ਐਵਰੇਜ ਐਕਸਲਰੇਸ਼ਨ। ਐਵਰੇਜ ਐਕਸਲਰੇਸ਼ਨ ਕੀ ਹੈ? ਕਿ ਜਦੋਂ ਵੈਲੋਸਿਟੀ ਜਿਹੜੀ ਹੈ
ਜਦੋਂ ਬੋਡੀ ਜਿਹੜੀ ਹੈ ਵੇਰੀਏਬਲ ਐਕਸਲਰੇਸ਼ਨ ਨਾਲ ਮੂਵ ਕਰ ਰਹੀ ਹੈ, ਉਦੋਂ ਅਸੀਂ ਇਹਨਾਂ ਸਾਰਿਆਂ ਦੇ ਵਿੱਚ ਵੈਲੋਸਿਟੀ ਕਿੰਨੀ ਵਧੀ ਜਾਂ ਕਿੰਨੀ ਘਟੀ, ਕਿਸ ਤਰੀਕੇ ਨਾਲ ਐਕਸਲਰੇਸ਼ਨ ਵੱਧ ਰਹੀ ਹੈ, ਐਕਸਲਰੇਸ਼ਨ ਘਟ ਰਹੀ ਹੈ, ਸੋ ਉਹਦਾ ਟੋਟਲ ਲੈ ਲੈਣਾ, ਟੋਟਲ ਚੇਂਜ ਇਨ ਦਾ ਵੈਲੋਸਿਟੀ ਓਵਰ ਟੋਟਲ ਟਾਈਮ। ਸਟਾਰਟਿੰਗ ਤੇ ਵੈਲੋਸਿਟੀ ਕਿੰਨੀ ਸੀ, ਐਂਡ ਤੇ ਵੈਲੋਸਿਟੀ ਕਿੰਨੀ ਹੈ, ਤੁਸੀਂ ਟੋਟਲ ਲੈ ਲਿਆ, ਤੇ ਟੋਟਲ ਸਾਡੇ ਕੋਲ ਕਿੰਨਾ ਟਾਈਮ ਲੱਗਿਆ, 1 2 3 4 5 ਮਿੰਟ ਦੇ ਵਿੱਚ। ਸੋ ਟੋਟਲ ਚੇਂਜ ਇਨ ਵੈਲੋਸਿਟੀ ਕਿੰਨੀ ਆ ਗਈ, 1 ਤੋਂ 8 ਮਾਈਨਸ, ਪਹਿਲਾਂ ਸਟਾਰਟਿੰਗ 1 ਸੀ, 8 ਮਾਈਨਸ 1 ਡਿਵਾਈਡਡ ਬਾय 5, ਸੋ ਦੈਟ ਇਜ਼ ਇਕੁਅਲਸ ਟੂ 7/5 ਮੀਟਰ ਪਰ ਸੈਕਿੰਡ ਸਕੁਅਰ ਸਾਡੇ ਕੋਲ ਐਵਰੇਜ ਐਕਸਲਰੇਸ਼ਨ ਆ ਗਈ। ਉਹ ਅਸੀਂ ਟੋਟਲ ਉਹਦੀ ਐਵਰੇਜ ਨਿਕਾਲਣੀ। ਸੋ ਦਿਸ ਇਜ਼ ਦ 3 ਟਾਈਪਸ ਆਫ acceleration. Next comes the, ਅਸੀਂ mostly variable acceleration ਇਹਦੇ ਵਿੱਚ ਨਹੀਂ ਕਰਨੀ, we will discuss only the uniform acceleration। ਅਸੀਂ ਸਿਰਫ ਆਪਣੇ ਇਸ ਚੈਪਟਰ ਦੇ ਵਿੱਚ ਤੁਸੀਂ ਸਿਰਫ uniform acceleration discuss ਕਰਨੀ ਹੈ, ਅਸੀਂ variable acceleration ਨਹੀਂ ਕਰਨੀ। Now next comes the velocity time graph। What are the velocity time graph? ਸਭ ਤੋਂ ਪਹਿਲਾ ਗ੍ਰਾਫ ਵੈਲੋਸਿਟੀ ਟਾਈਮ ਗ੍ਰਾਫ, ਜਦੋਂ ਵੈਲੋਸਿਟੀ ਇੱਕੋ ਹੀ ਰਹਿੰਦੀ ਹੈ, ਚੇਂਜ ਨਹੀਂ ਹੁੰਦੀ, ਗੱਡੀ ਇੱਕੋ ਵੈਲੋਸਿਟੀ ਦੇ ਨਾਲ ਹੀ ਮੂਵ ਕਰ ਰਹੀ ਹੈ, then we have this is for uniform velocity is not changing। ਤੇ ਅਗਰ velocity uniform ਹੈ ਤੇ obviously acceleration ਕਿਹਦੇ ਬਰਾਬਰ ਹੋਏਗੀ, 0 ਦੇ ਬਰਾਬਰ। ਅਗਰ ਵੈਲੋਸਿਟੀ ਨਹੀਂ ਚੇਂਜ ਹੋ ਰਹੀ, ਇੱਕੋ ਵੈਲੋਸਿਟੀ ਦੇ ਨਾਲ ਵਾਹੀਕਲ ਚੱਲੀ ਜਾ ਰਿਹਾ, ਤੇ ਓਬਵੀਅਸਲੀ ਉਹ ਐਕਸਲਰੇਟ ਹੀ ਨਹੀਂ ਹੋ ਰਿਹਾ, ਇਹਦਾ ਮਤਲਬ ਉਹਨੂੰ ਅਸੀਂ ਕੁਝ ਫੋਰਸ ਲਗਾ ਹੀ ਨਹੀਂ ਰਹੇ, ਉਹਨੂੰ ਐਕਸਲਰੇਟ ਹੀ ਨਹੀਂ ਕਰ ਰਹੇ, ਤਦੇ ਉਹ ਇੱਕੋ ਵੈਲੋਸਿਟੀ ਨਾਲ ਮੂਵ ਕਰੀ ਜਾ ਰਿਹਾ ਨਾ। ਸੋ ਦੈਟਸ ਵਾਈ ਯੂਨੀਫਾਰਮ ਵੈਲੋਸਿਟੀ ਹੈ, ਤੇ ਇਟ ਮੀਨਸ ਐਕਸਲਰੇਸ਼ਨ ਕਿਹਦੇ ਬਰਾਬਰ ਆ ਗਈ, 0 ਦੇ ਬਰਾਬਰ। ਦੂਸਰੇ ਕੇਸ ਦੇ ਵਿੱਚ ਯੂਨੀਫਾਰਮਲੀ ਐਕਸਲਰੇਸ਼ਨ ਇੱਥੇ 0 ਹੈ, ਇਹ ਯੂਨੀਫਾਰਮਲੀ ਮਤਲਬ ਕੰਟੀਨਿਊਸਲੀ, ਪਹਿਲਾ ਵੈਲੋਸਿਟੀ ਇੰਨੀ ਸੀ, ਫਿਰ 1 ਯੂਨਿਟ ਹੋਰ ਵੱਧ ਗਈ, ਫਿਰ 1 ਯੂਨਿਟ ਹੋਰ, ਕੰਟੀਨਿਊਸਲੀ ਵੈਲੋਸਿਟੀ ਯੂਨੀਫਾਰਮਲੀ ਇਨਕਰੀਜ਼ ਕਰ ਰਹੀ ਹੈ, ਤੇ ਉਹ ਸਾਡੇ ਕੋਲ ਗ੍ਰਾਫ ਇਸ ਤਰੀਕੇ ਦਾ ਆਏਗਾ, ਔਰ ਉਹ ਗ੍ਰਾਫ ਜਿਹੜਾ ਹੈ ओरिजिन चो पास करेंगे। सो दिस इज यूनिफॉर्मली एक्सलरेटेड मोशन। सो ये ग्राफ वेलोसिटी टाइम ग्राफ का साढ़े को यूनिफॉर्मली एक्सलरेटेड मोशन है एंड इट इज पासिंग फ्रॉम जीरो, मतलब स्टार्टिंग ते ओदी वेलोसिटी जीरो सी ते जो बी ते पहुंचा ओदी वेलोसिटी आ गई बी, कंटिन्यूसली यूनिफॉर्मली ओदी वेलोसिटी इंक्रीज करदी रही जिदे करके वो किचो प्लस स्टार्टिंग ते ओदी वेलोसिटी कितनी सी जीरो जिदे करके वो ओरिजिन चो पास कर रहा है। उस तो बाद नेक्स्ट ग्राफ है, अगर वो ओरिजिन तो ना चले, इफ द बॉडी इज नॉट मूविंग फ्रॉम द ओरिजिन, अगर बॉडी जड़ी ओरिजिन तो ना चले मतलब किसी पॉइंट ए तो चली, ओरिजिन साढ़े को इत्थे है बट इट हैज स्टार्टेड फ्रॉम पॉइंट ए पॉइंट तो चली, ठीक है, तो उस टाइम यूनिफॉर्मली पद देगी ते बी पॉइंट या सी पॉइंट ते एने टाइम पहुंच गई, टाइम नो हमेशा एक्स एक्सिस से लेना पहले पास आ गया वेलोसिटी। सो दिस ग्राफ वी विल हैव साडे कोल ये ग्राफ बनेगा, ठीक है ना। नेक्स्ट है ਅਸੀਂ करने हैं दो चीज़ा, वेलोसिटी टाइम ग्राफ दे विच एक्सलरेशन किदे बराबर आती है ते डिस्टेंस किदे बराबर निकलता है। तो फर्स्ट वी विल कैलकुलेट हाउ मच इज द एक्सलरेशन। कोई बॉडी है ए टू सी गई है, एट ए टाइम ए टू इधर जा रही है, मतलब इतने असी पॉइंट बी ले लिए, बी ते वो देखो टाइम सी t1 ते सी ते टाइम आ गया t2, बी ते वेलोसिटी है v1 ते सी ते साडे कोल वेलोसिटी आ गई दैट इज v2 वेलोसिटी आ गई सी, बी पॉइंट ते वेलोसिटी है v1, सी पॉइंट ते वेलोसिटी है v2, सी पॉइंट ते टाइम सी टाइम है t2 ते बी पॉइंट ते टाइम है t1।
Now, what is acceleration? Acceleration is change in velocity over change in time. Change in velocity over change in time. So acceleration, that is equals to change in velocity over change in time from B to C. B to C लेंगे तो change in velocity कितनी है V2 minus V1, change in time कितना है T2 minus T1. Now V2 minus V1 की है BC ते T2 minus T1 की है that is BE. BE ते BC over BE की है BC over अगर ये एंगल थीटा बन रहा है BC over, so it is equals to, that is equals to, sorry, CE. V2 minus V1, that is equals to CE दे बराबर है. So it is CE over BE. ते CE over BE is triangle दे विच की है, that is tan theta. So acceleration is equals to tan theta, which is equals to slope of line in VT graph. VT graph मतलब velocity time graph. So velocity time graph दे विच acceleration किदे बराबर है line दे slope दे बराबर. Now ये सी acceleration. Next अगर ऐसे इधर distance निकालना होवे, now acceleration की जगह if we want to find out distance, now distance किदे बराबर होगा? What is distance? Now distance, that is equals to average velocity into time. Average velocity into time. So that is distance. The average velocity कितनी है? Velocity साढ़े को है v1 plus v2 over 2. The time कितना है? t2 minus t1. So इतना आ गया. So it is v1 plus v2 over 2 average velocity. The time आ गया साढ़े को t2 minus t1. So what is v1? v1 कितना है? That is इनु b dash कह लिए, इनु c dash कह लो. Now what is v1? That is b dash. v2 कितना है? c dash. ते t2 minus t1 कितना है? That is be. So this is what? This is area of trapezium v1 c1 c dash c b dash c dash c. So this is the area of the trapezium. So velocity time graph ਦੇ ਵਿੱਚ ਜਿਹੜਾ distance ਹੈ ਉਹ ਕਿਹਦੇ ਬਰਾਬਰ ਹੁੰਦਾ ਹੈ area under curve. ਜਿੰਨਾ area ਉਸ curve ਦਾ ਆ ਜਾਏਗਾ that will gives us the distance. So this is all about the acceleration and the velocity time graph in uniform motion. So आज ਅਸੀਂ दो चीज़ां कीतियां. पहली कि acceleration की है. Acceleration किहदे बराबर हुंदी है change in the velocity over change in time. ते दूसरी चीज़ की है असी velocity time graph. Velocity time graph जदों acceleration 0 हुंदी है, velocity time graph जदों body uniformly accelerated motion च move कर रही है, ते velocity time graph जदों body origin तो नहीं start हुई जबकि origin तो थोड़े अगले point तो start हुई है. Velocity time graph ਦੇ ਵਿੱਚ ਜਿਹੜੀ acceleration ਹੈ that is equals to the slope of the line ਤੇ ਜਿਹੜਾ distance ਹੈ that is equals to the area of the curve ਦੇ ਬਰਾਬਰ ਹੁੰਦਾ ਹੈ. ਇਹ ਤਿੰਨ ਚਾਰ ਚੀਜ਼ਾਂ ਯਾਦ ਰੱਖਣੀਆਂ. ਨੈਕਸਟ ਅਸੀਂ ਕਰਾਂਗੇ ਜਿਹੜੇ ਮੋਸ਼ਨ ਦੇ ਜਿਹੜੇ ਤਿੰਨ ਫਾਰਮੂਲੇਜ਼ ਨੇ. these are the three formula of uniformly accelerated motion. कल ਅਸੀਂ ਇਹਨਾਂ ਦੀ डेरिवेशन ਕਰਾਂਗੇ. they are the three formulas of accelerated motion. पहला है v is equals to u plus at. ਇਹਨਾਂ ਦੇ ਪੂਰਾ ਦੀ डेरिवेशन ਕਰਾਂਗੇ. s is equals to ut plus
हाफ ए टी स्क्वायर ते वी स्क्वायर माइनस यू स्क्वायर इज इक्वल्स टू 2x। v ਹੁੰਦੀ ਹੈ ਫਾਈਨਲ ਵੈਲੋਸਿਟੀ, u ਹੈ ਇਨੀਸ਼ੀਅਲ ਵੈਲੋਸਿਟੀ, t ਹੈ टाइम, a है एक्सलरेशन ते s है डिस्टेंस या डिस्प्लेसमेंट। सो इन्हां तिन्ना इक्वेशंस दी डेरिवेशंस असी कल करांगे ते लास्ट जेह्ड़ी चीज़ असी कल करांगे दैट इज द डिस्टेंस ट्रैवल्ड इन nth सेकंड। ये भी असी 4 डेरिवेशंस असी करनी है, इन्हां नूं असी कल या परसों जिस दिन भी मैं नैक्सट लैक्चर देवांगी तभी डिस्कस